आज़ादी दे निग बारे उही लोग दस सकते ने जिन्हां ने कदे गुलामी नूं झल्लिया हुंदा है, गुलामी दीयां बंदिशां, रोकां अते तशद्दद नूं अपने शरीर ते हंडाया हुंदा है। यूक्रेन दे लोग भी शायद यही महसूस कर रहे होणगे इस वक्त जदों राष्ट्रपति वोलोदिमीर ज़ेलेंस्की ने जानकारी दी है कि असीं 6000 वर्ग किलोमीटर इलाका रूस दे कब्जे विचों छुड़वा लिया है। यूक्रेन दे राष्ट्रपति वोलोदिमीर ज़ेलेंस्की ने यह दावा किया है कि उन्होंने रूस दे कब्जे विचों 6-7 महीनों बाद आखिरकार 6000 वर्ग किलोमीटर का जिहड़ा इलाका है वह मुड़ तो रूस तो खो लिया है, अपने अधिकार हेठ कर लिया है। ज़ेलेंस्की दे मुताबिक यह कब्जा सितंबर दे विच पूरब अते दक्षिण दे इलाकिਆਂ ਦੇ ਵਿੱਚ ਲੈ ਲਿਆ ਗਿਆ। हालांकि ਅਸੀਂ यूक्रेन ਦੇ ਇਸ ਦਾਅਵੇ ਦੀ ਪੁਸ਼ਟੀ ਨਹੀਂ ਕਰ ਸਕਦੇ ਕਿਉਂਕਿ यूक्रेन ਦੇ ਵਿੱਚ ਕਿਸੇ ਵੀ ਮੀਡੀਆ ਅਦਾਰੇ ਦੇ ਪੱਤਰਕਾਰਾਂ ਨੂੰ ਮੋਰਚਿਆਂ ਤੇ ਜਾਣ ਦੀ ਆਗਿਆ ਨਹੀਂ ਹੈ ਤੇ ਜਿਹੜੇ ਇੰਟਰਨੈਸ਼ਨਲ ਮੀਡੀਆ ਅਦਾਰੇ ਨੇ ਉਹਨਾਂ ਰਾਹੀਂ ਵੀ ਸਾਨੂੰ ਕੋਈ ਜਾਣਕਾਰੀ ਨਹੀਂ ਮਿਲ ਰਹੀ ਹੈ। Від перших чисел вересня і до сьогодні наші воїни вже звільнили понад 6 тисяч квадратних кілометрів території України। ਹਾਲਾਂਕਿ रूस ਦੇ ਰੱਖਿਆ ਮੰਤਰਾਲੇ ਨੇ ਵੀ ਕੁਪਿਆਂਸਕ ਅਤੇ ਇਜ਼ਯੂਮ ਤੋਂ ਆਪਣੀਆਂ ਫੌਜਾਂ ਪਿੱਛੇ ਹਟਾਉਣ ਦੀ ਪੁਸ਼ਟੀ ਕੀਤੀ ਹੈ। ਰਸ਼ੀਆ ਨੇ ਕਿਹਾ ਹੈ ਕਿ ਇਹ ਕਦਮ ਰੂਸੀ ਫੌਜਾਂ ਨੂੰ ਮੁੜ ਤੋਂ ਇੱਕ ਮੁੱਠ ਕਰਨ ਦੇ ਲਈ, ਇਕੱਠਾ ਕਰਨ ਦੇ ਲਈ ਚੁੱਕਿਆ ਗਿਆ ਹੈ ਕਿਉਂਕਿ ਰੂਸ ਦੀਆਂ ਫੌਜਾਂ ਵੱਖ-ਵੱਖ ਥਾਵਾਂ ਤੇ ਖਿਲਰੀਆਂ ਪਈਆਂ ਨੇ। ਤੇ ਹੁਣ ਜਦੋਂ ਇਹ ਮੌਕਾ ਆਇਆ ਹੈ ਤਾਂ ਲੋਕ ਰਾਹਤ ਮਹਿਸੂਸ ਕਰ ਰਹੇ ਨੇ। ਮਹੀਨਿਆਂ ਦੇ ਡੈਡਲੌਕ ਤੋਂ ਬਾਅਦ ਯੂਕਰੇਨ ਅਤੇ ਰੂਸ ਦੇ ਵਾਸੀ ਇੱਕ ਨਵੀਂ ਹਕੀਕਤ ਨੂੰ ਦੇਖ ਰਹੇ ਨੇ। ਰੂਸ ਅਤੇ ਯੂਕਰੇਨ ਦੀ ਜੰਗ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਦੇ ਵਿੱਚ ਹੋ ਰਹੀ ਹੈ ਪਹਿਲੀ ਵੱਡੀ ਕਾਰਵਾਈ ਹੈ। ਇੰਨੇ ਲੰਬੇ ਸਮੇਂ ਤੱਕ ਚੱਲਣ ਵਾਲੀ ਇਹ ਪਹਿਲੀ ਵੱਡੀ ਜੰਗ ਹੈ। ਯੂਕਰੇਨ ਨੂੰ ਇਸ ਜੰਗ ਦੇ ਵਿੱਚ ਲੋਕ ਸਲਾਮ ਕਰਦੇ ਨੇ। ਸਲਾਮ ਇਸ ਕਰਕੇ ਕਿਉਂਕਿ ਰਸ਼ੀਆ ਦੇ ਨਾਲ ਇੱਕ ਇੰਨਾ ਵੱਡਾ ਮੁਲਕ, ਇੰਨੀ ਵੱਡੀ ਤਾਕਤ, ਉਸ ਦੇ ਨਾਲ ਯੂਕਰੇਨ वर्गा एक छोटा मुल्क हिक डा के लड़ रहा है, मुकाबला कर रहा है। ना उथों दा राष्ट्रपति देश छड्ड के भज के गया, ना ही देश दीयां फौजां ने पिठ दिखाई, सारे हिक ताण के उत्थे लड़ रहे ने। राष्ट्रपति दे मुताबिक यूक्रेन दीयां फौजां अगे वल नूं वध गईयां ने। खारकीव दे पूर्वी खेतर विच फौजी पैंतरे दे हिसाब नाल महत्वपूर्ण टिकाणियां तो रूसी फौजां ने बड़ी काली दे नाल पिछे हटना शुरू कर दिता है, यानी कि यूक्रेन दीयां फौजां रशिया दीयां फौजां ते भारू पै गईयां ने। ते नतीजा ਇਹ ਨਿਕਲਿਆ ਕਿ रूस ने ਜਿਹੜੇ ਦੋ ਸ਼ਹਿਰਾਂ ਦੇ ਉੱਤੇ ਕਬਜ਼ਾ ਕਰ ਲਿਆ ਸੀ। ਯੂਕਰੇਨ ਦੇ ਸ਼ਹਿਰਾਂ ਦੇ ਉੱਤੇ ਕੁਪਿਆਂਸਕ ਹੈ ਤੇ ਇਜ਼ਯੂਮ ਹੈ, ਇਹਨਾਂ ਨੂੰ ਹੁਣ ਗਵਾਉਣਾ ਪਿਆ ਹੈ रूस ਨੂੰ ਇੱਥੋਂ ਭੱਜਣਾ ਪਿਆ ਹੈ। रूस ਨੂੰ ਭਾਜਣਾ ਪਾਈਆਂ ਨੇ ਯੂਕਰੇਨ ਦੇ। ਟਵਿੱਟਰ ਤੇ ਰਾਸ਼ਟਰਪਤੀ ਜ਼ੈਲੈਂਸਕੀ ਦੇ ਚੀਫ ਆਫ ਸਟਾਫ ਐਂਟਰੀ ਯਰਮਕ ਨੇ ਲਿਖਿਆ ਕਿ ਰੂਸੀ ਫੌਜ ਦੁਨੀਆ ਦੀ ਸਭ ਤੋਂ ਤੇਜ਼ ਫੌਜ ਦੇ ਰੂਪ 'ਚ ਪ੍ਰਸਿੱਧ ਹੋਣ ਦੇ ਲਈ ਦੌੜ ਰਹੀ ਹੈ, ਦੌੜਦੇ ਰਹੋ। ਸੋ ਇੱਕ ਵੱਡਾ ਵਿਅੰਗ ਹੈ ਤੇ ਉਹਦੇ ਉਸ ਵਿਅੰਗ ਦੇ ਵਿੱਚੋਂ ਉਹਨਾਂ ਦੀ ਖੁਸ਼ੀ, ਉਹਨਾਂ ਦੀ ਆਜ਼ਾਦੀ ਦੀ ਖੁਸ਼ੀ ਵੀ ਝਲਕ ਰਹੀ ਹੈ। ਤੇ ਇਹ ਜਦੋਂ ਐਲਾਨ ਕੀਤਾ ਹੈ ਰਾਸ਼ਟਰਪਤੀ ਨੇ, ਉਸ ਦਰਮਿਆਨ ਜਦੋਂ ਰਸ਼ੀਆ ਅਤੇ ਯੂਕਰੇਨ ਯੁੱਧ ਨੂੰ ਫਰੋਲਦੇ ਹਾਂ ਆਪਾਂ YouTube ਦੇ ਉੱਤੇ, ਟਵਿੱਟਰ ਦੇ ਉੱਤੇ, ਗੂਗਲ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ, ਤਾਂ ਰੂਸੀ ਪੋਸਟਾਂ ਦੀਆਂ ਤਸਵੀਰਾਂ ਦੇ ਨਾਲ ਇਸ ਵਕਤ ਭਰਿਆ ਪਿਆ ਹੈ। ਛੱਡੀਆਂ ਜਾਂ ਨਸ਼ਟ ਹੋ ਚੁੱਕੀਆਂ ਜਿਹੜੀਆਂ ਰੂਸੀ ਪੋਸਟਾਂ ਨੇ, ਚੈੱਕ ਪੋਸਟਾਂ ਜਿੱਥੇ ਉਹਨਾਂ ਨੇ ਮੋਰਚੇ ਗੱਡੇ ਹੋਏ ਸੀ, ਉਹ ਹੁਣ ਖਾਲੀ ਹੋ ਚੁੱਕੀਆਂ ਨੇ। ਤਸਵੀਰਾਂ ਬਾਹਰ ਨਿਕਲ ਰਹੀਆਂ ਨੇ। ਇੱਥੇ ਹੁਣ ਯੂਕਰੇਨ ਦੀਆਂ ਫੌਜਾਂ ਨੇ ਆਪਣੇ ਝੰਡੇ ਮੁੜ ਤੋਂ ਲਹਿਰਾ ਦਿੱਤੇ ਨੇ। ਜਵਾਬੀ ਹਮਲੇ ਦੀ ਗਤੀ ਅਤੇ ਤੀਬਰਤਾ ਨੇ ਕਬਜ਼ਾ ਕਰਨ ਵਾਲਿਆਂ ਤੇ ਬਹੁਤ ਸਾਰੇ ਯੂਕਰੇਨੀਆਂ ਨੂੰ ਹੈਰਾਨ ਕਰ ਦਿੱਤਾ, ਯਾਨੀ ਕਿ ਯੂਕਰੇਨ ਦੇ ਲੋਕਾਂ ਨੂੰ ਯਕੀਨ ਨਹੀਂ ਹੋ ਪਾ ਰਿਹਾ ਕਿ ਇਹ ਹੋ ਰਿਹਾ। ਰੂਸੀ ਫੌਜਾਂ ਪਿੱਛੇ ਹਟੀਆਂ ਨੇ, रूसी फौजां हुण भज गईयां ने। बहुते लोकां नूं यकीन नहीं हो रहा। डोनबास इलाके दे विच गर्मियां दे विच होए नुकसान तो बाद युद्ध दे नाल लड़ रहे मुल्क नूं कुछ सहारा जरूर मिलिया है। ते जिहड़े दो शहर मुड़ तो आज़ाद होए ने, इन्हां शहरां दे अंदर जिहड़े पिंड आउंदे सी, जिहड़े इलाके आउंदे सी, ओह लोक हुण बड़े खुश ने ते हैरान ने क्योंकि यूक्रेन ने मुड़ इन्हां नूं अपने अधिकार खेतर विच लै लिया। BBC ने कवरेज कीती है। BBC दी कवरेज दे मुताबिक ਨਤਾਲਿਆ ਨੂੰ ਖੇਰਸਨ ਦੇ ਦੱਖਣੀ ਇਲਾਕੇ ਵਿੱਚ ਸਥਿਤ ਉਹਨਾਂ ਦੇ ਪਿੰਡ ਨੋਵੋਜ਼ਨੇਸੈਂਸਕੋ ਤੋਂ ਕੱਢ ਦਿੱਤਾ ਗਿਆ ਸੀ। 29 ਮਾਰਚ ਦਾ ਦਿਨ ਸੀ ਜਦੋਂ ਰੂਸੀ ਫੌਜੀ ਇਸ ਪਿੰਡ ਵਿੱਚ ਪਹੁੰਚ ਗਏ ਸਨ। ਉਦੋਂ ਤੱਕ ਪਿੰਡ ਦੇ ਲੋਕ ਉੱਥੇ ਸ਼ਾਂਤੀ ਦੇ ਨਾਲ ਆਪਣੀ ਖੇਤੀਬਾੜੀ ਦਾ ਕੰਮ ਕਰ ਰਹੇ ਸਨ, ਪਰ ਰੂਸੀਆਂ ਨੇ ਉਹ ਸਾਰੀ ਖੇਤੀਬਾੜੀ ਫਸਲ ਸੀ ਜਿਹੜੀ ਉਹਨਾਂ ਦੀ ਚੋਰੀ ਕਰ ਲਈ ਸੀ। ਨਸ਼ਟ ਨਹੀਂ ਕੀਤਾ ਰੂਸੀ ਫੌਜੀਆਂ ਨੇ, ਬਲਕਿ ਜਦੋਂ ਫਸਲ ਪੱਕੀ ਤਾਂ ਉਹਨਾਂ ਨੇ ਸਾਰੀ ਚੋਰੀ ਕਰ ਲਈ, ਯਾਨੀ ਕਿ ਫਸਲ ਨੂੰ ਵੱਢ ਕੇ ਕੱਟ ਕੇ ਉਹਦੇ ਪੈਸੇ ਲੈ ਲਏ ਹੋਣਗੇ, ਇਹੋ ਜਿਹਾ ਕੁਝ ਕੀਤਾ ਹੋ। ਜਾਂ ਫਿਰ ਉਸ ਫਸਲ ਨੂੰ ਉਹਨਾਂ ਨੇ, ਕਿਉਂਕਿ ਕਣਕ ਦੀ ਫਸਲ ਹੈ ਜਿਹੜੀ यूक्रेन दे विच वो ज़्यादा हुंदी है, कणक दा वड्डा उत्पादक है यूक्रेन।
हो सकता उत्थे कणक की फसल होवे ते रूसी फौजियां ने अपने भोजन दे विच उसनू इस्तेमाल कर लिया होवे। रूसी फौजी ने कहंदे जिहड़े वो कांटे ते चमचियां नू भी चोरी करके लै गए सी। एक बजुर्ग पेंशनर सी उहदे पैरां दीयां जुत्तियां तक लुहा के लै गए सी ते आज़ादी आखिरकार 2 सितंबर नू मिली है, ये कहना है नतालिया दा। नतालिया ने अगे दस्सिया BBC नू कि जदों साडीआं हथियारबंद फौजां इत्थे पहुंचियां असीं बेसमेंट विच सीगे, उहनां नू कहंदे उहनां ने यूक्रेनी दे विच पुछिया कि की कोई जिउंदा है, तां कहंदे सानू एहसास होया कि वो साडे अपने ने। वो बहुत खूबसूरत दिखाई दे रहे सी, खास तौर ते फासीवादियां दे मुकाबले वो बहुत सुंदर सन। बजुर्ग औरत अपनियां भावनावां दसदी है कि साडी फौज रूसी फौज दे नालों वध सोहणी लगदी है। कहंदे फिर मैनू समझ ना आवे कि मैं उन्हां दे नाल किवें करां, उन्हां नू गले लग जावां जां फिर उन्हां नू फड़ के भज जावां। मैं उन्हां नू छुया, फिर बहुत खुशी हुई ते फिर सानू यकीन होया कि असीं आज़ाद हो गए हां। एक यूक्रेनियन अपने आप नू बहुत हैरानी दे विच दसदा है, कहंदा सानू हौसला देण दे लई एक शानदार जिੱਤ दी लोड़ सी। असीं बहुत ढल चुके सी, बहुत निराश हो चुके सी कि कदों खत्म होऊगा। हालांकि कहंदे हाले भी उन्हां कोल बहुत सारे हथियार ने अते साडे बहुत सारे इलाके उन्हां दे अंदर ने, पर हुण सानू एक भरोसा ते विश्वास जिहड़ा साडा वध गया, हौसला वध गया कि हौली हौली उन्हां दे इलाकिਆਂ ਦੇ ਵਿੱਚੋਂ उन्हां दे कब्जे ਦੇ ਵਿੱਚੋਂ साडे इलाके छुड़ा लए जाणगे। एक 38 साला IT इंजीनियर माइक हाइलो भी दसदा BBC ਨੂੰ कि एक फौजी चमत्कार है, यानी कि फौजियां ने चमत्कार किया है ते चमत्कार विदेशी हथियारां दे नाल सानू जिहड़ा हैगा वो देखण नू मिलिया है। इहदे विच लंबी दूरी दे मल्टीपल रॉकेट लॉन्च प्रणालियां ते विदेशी खुफिया जानकारी शामिल है ते यूक्रेन नू सब तो वड्डी सहायता जिहड़ी अमरीका ने दित्ती है। अमरीका ने बहुत ही अत आधुनिक हथियार ने जिहड़े वो यूक्रेन नू भेजे सन। इसी तरह रॉयल यूनाइटेड सर्विसेज इंस्टीट्यूट के साबका निर्देशक प्रोफेसर माइकल क्लार्क कहंदे ने कि असीं हुण रूसियां नू ना सिर्फ घिरे हुए बल्कि असीं हारदे हुए देख रहे हाँ ते ये एक नवीं शुरुआत है। सो देख पा रहे हैं तस्वीरां नू देख के, वीडियोज़ नू देख के कि सचमुच यूक्रेन वासियों के लिए एक नवीं शुरुआत होएगी। याद करवा दिंदे आ वो समा जदों यूक्रेन ते रूस दे विच युद्ध शुरू होया सी, एकदम रूसी फौजां ने जिहड़ियां वो हमलावर हो गईयां सी। यूक्रेन दे अंदर दाखल होके वख-वख शहरां ते पिंडां दे उत्ते इलाकिਆਂ ਦੇ उत्ते कब्जे करने शुरू कर दिते सी। बहुत सारे लोकां नू इस तरह ही मार दिता गया सी बिना किसी कसूर तो, क्योंकि युद्ध दे विच हुंदा ही अजिहा है। युद्ध ਦਾ दूसरा नाम ही मौत कहा जा सकता है, क्योंकि ਜਦੋਂ भी दो मुल्कां ਦੇ ਵਿਚਾਲੇ ਜਾਂ ਫਿਰ ਕਈ ਮੁਲਕਾਂ ਦੇ ਵਿਚਾਲੇ ਪੂਰੀ ਦੁਨੀਆ ਦੇ ਵਿਚਾਲੇ युद्ध शुरू ਹੁੰਦਾ ਤਾਂ ਜਿਹੜੇ ਬੇਕਸੂਰ ਲੋਕ ਨੇ ਉਹਨਾਂ ਦੀਆਂ ਲਾਸ਼ਾਂ ਵਿਛ ਜਾਂਦੀਆਂ ਨੇ, ਉਹਨਾਂ ਦੇ ਖੂਨ ਦੇ ਨਾਲ ਧਰਤੀ ਲਾਲ ਹੋ ਜਾਂਦੀ ਹੈ ਤੇ ਤਰਾਸਦੀ ਹੈ ਕਿ ਉਹਨਾਂ ਦਾ ਕੋਈ ਕਸੂਰ ਵੀ ਨਹੀਂ ਹੁੰਦਾ। ਵੱਡੇ ਪੱਧਰ ਤੇ ਸਿਆਸੀ ਪੱਧਰ ਦੇ ਉੱਤੇ ਸਿਆਸਤਦਾਨਾਂ ਦੀ ਸਰਕਾਰਾਂ ਦੀ ਲੜਾਈ ਹੁੰਦੀ ਹੈ, ਉਹਦੇ ਵਿੱਚ ਆਮ ਲੋਕ ਨੇ ਜਿਹੜੇ ਉਹ ਮਾਰੇ ਜਾਂਦੇ ਨੇ। ਇਸ ਤਰ੍ਹਾਂ ਯੂਕਰੇਨ ਦੇ ਵਿੱਚ ਵੀ ਹੋਇਆ। ਯੂਕਰੇਨ ਦੇ ਵਿੱਚ ਪੜ ਰਹੇ ਵਿਦੇਸ਼ੀ ਵਿਦਿਆਰਥੀ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਭਾਰਤ ਦੇ ਵਿਦਿਆਰਥੀ ਵੀ ਸ਼ਾਮਲ ਸਨ, ਉਹਨਾਂ ਨੂੰ ਆਪਣੀਆਂ ਪੜ੍ਹਾਈਆਂ ਵਿੱਚ ਛੱਡ ਕੇ ਇੱਧਰ ਆਉਣਾ ਪਿਆ। ਹਾਲੇ ਤੱਕ ਇੱਧਰ ਬੈਠੇ ਨੇ, ਉਡੀਕ ਰਹੇ ਨੇ ਕਿ ਕਦੋਂ ਕੋਈ ਉਹਨਾਂ ਦੀ ਬਾਹ ਫੜੂਗਾ, ਕਿਉਂਕਿ ਭਾਰਤ ਦੇ ਵਿੱਚ ਵੀ ਮੈਡੀਕਲ ਦੇ ਵਿਦਿਆਰਥੀਆਂ ਨੂੰ ਦਾਖਲੇ ਨੇ ਜਿਹੜੇ ਉਹ ਨਹੀਂ ਦਿੱਤੇ ਗਏ, ਉਹਨਾਂ ਦੀ ਰਹਿੰਦੀ ਪੜ੍ਹਾਈ ਇੱਥੇ ਪੂਰੀ ਨਹੀਂ ਕਰਵਾਈ ਗਈ ਹੈ। ਸੋ ਯੂਕਰੇਨ ਵਾਸੀਆਂ ਦੇ ਲਈ ਇਹ ਸੱਚਮੁੱਚ ਵੱਡੀ ਰਾਹਤ ਦਾ ਵੇਲਾ ਹੈ, ਜਿਨ੍ਹਾਂ ਨੂੰ ਆਪਣੇ ਘਰ ਛੱਡਣੇ ਪਏ, ਜਿਨ੍ਹਾਂ ਨੂੰ ਆਪਣੇ ਕਾਰੋਬਾਰ ਛੱਡ ਕੇ ਹੋਰ ਮੁਲਕਾਂ ਦੇ ਵਿੱਚ ਵੀ ਜਾ ਕੇ ਵਸਣਾ ਪਿਆ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਯੂਕਰੇਨ ਦੇ ਵਿੱਚੋਂ ਹਿਜਰਤ ਕਰਨ ਦੇ ਲਈ ਵੀ ਮਜਬੂਰ ਹੋਏ। ਧੰਨਵਾਦ।